ਹਾਲੇਲੂਇਆ ਹਾਲੇਲੂਇਆ। ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਮੇਰੇ ਭਤੀਜੇ ਦਾ ਬਹੁਤ ਹੀ ਮਾਈਕ ਲਾ ਕੇ ਕਰੋ। ਐਕਸੀਡੈਂਟ ਹੋਇਆ ਸੀ ਤੇ ਅਸੀਂ ਸੰਗਤ ਤੇ ਤਿਆਰ ਹੋਏ ਸਾਂ ਵੀ ਸੰਗਤ ਤੇ ਜਾਣਾ ਤੇ ਸਾਨੂੰ ਕਿਸੇ ਨੇ ਭੱਜ ਕੇ ਆਣ ਕੇ ਦੱਸਿਆ ਕਿ ਤੁਹਾਡੇ ਰਾਂਝੇ ਦਾ ਐਕਸੀਡੈਂਟ ਹੋ ਗਿਆ। ਇਹ ਬਾਬੇ ਫਰੀਦ ਦੇ ਹਸਪਤਾਲ ਵਿੱਚ ਜਦੋਂ ਰੱਖਿਆ ਨਾ ਤੇ ਜਦੋਂ ਮੈਨੂੰ ਵੇਖਿਆ ਤੇ ਮੈਨੂੰ ਇਦਾਂ ਲੱਗਾ ਕਿ ਰਾਂਝਾ ਖਤਮ ਹੋ ਗਿਆ। ਮੈਂ ਕਿਹਾ ਮੇਰਾ ਭਰਾ ਨਹੀਂ ਹੈਗਾ ਤੇ ਅਸੀਂ ਇਹਨੂੰ ਵੇਖ ਕੇ ਹੀ ਗੁਜ਼ਾਰਾ ਕਰਦੇ ਰਿਹਾ ਤੇ ਮੈਨੂੰ ਇਦਾਂ ਲੱਗਾ ਕਿ ਇਹ ਦੁਨੀਆ ਦੇ ਵਿੱਚ ਹੈ ਨਹੀਂ। ਅਸੀਂ ਦੁਆ ਕਰਵਾਈ ਮੈਂ ਪਾਸਟਰ ਜੀ ਕੋ, ਮੈਂ ਪਾਸਟਰ ਜੀ ਤੁਸੀਂ ਪ੍ਰਾਰਥਨਾ ਕਰੋ ਜਿੰਦਾ ਹੋ ਜਾਵੇ। ਜਦੋਂ ਇੱਕ ਹਸਪਤਾਲ ਵਿੱਚ ਖੜਿਆ ਜਿਹੜਾ ਟ੍ਰੀਟਮੈਂਟ ਕੀਤਾ ਤੇ ਸਹੀ ਸੋਚਿਆ ਕਿ ਠੀਕ ਹੋ ਗਿਆ। ਫਿਰ ਅਸੀਂ ਘਰ ਲੈ ਕੇ ਆਏ ਨਾ, ਜਦੋਂ ਘਰ ਲੈ ਕੇ ਆਏ ਅਸੀਂ ਫਿਰ ਤੰਗ ਹੋ ਗਿਆ ਤੇ ਸਾਨੂੰ ਕਹਿੰਦੇ ਕਿਹਾ ਕਿ ਦਿਮਾਗ ਦੇ ਸੱਟ ਆ। ਫਿਰ ਅਸੀਂ ਗੁਰੂ ਨਾਨਕ ਹਸਪਤਾਲ ਦੀ ਭੱਜ ਨੱਠ ਕੀਤੀ। ਉਹਨਾਂ ਨੇ ਕਿਹਾ ਜੀ ਸੀਟੀ ਸਕੈਨ ਕਰੋ। ਜਦੋਂ ਸੀਟੀ ਸਕੈਨ ਕੀਤੀ ਤੇ ਡਾਕਟਰਾਂ ਨੇ ਆਪਣੇ ਦਿਮਾਗ ਤੇ ਤੈਅ ਕਰਕੇ ਹੱਥ ਰੱਖਿਆ। ਮੈਂ ਕਿਹਾ ਡਾਕਟਰ ਸਾਹਿਬ ਕੀ ਹੋਇਆ? ਕਹਿੰਦਾ ਕਿ ਤੁਹਾਡਾ ਬੱਚਾ ਬਹੁਤ ਸੀਰੀਅਸ ਆ। ਅਸੀਂ ਪਾਈਟਰ ਜੀ ਨੂੰ, ਮੈਂ ਆਪਣੀ ਭਾਬੀ ਨੂੰ ਕਿਹਾ ਕਿ ਪਾਈਟਰ ਜੀ ਨੂੰ ਫੋਨ ਕਰਕੇ ਬਹੁਤ ਸੀਰੀਅਸ ਆ ਤੁਹਾਡਾ ਬੱਚਾ। ਜਦੋਂ ਸੰਤ ਵੀ ਸਾਡੇ ਨਾਲ ਗਏ, ਸੰਤ ਨੇ ਪ੍ਰਾਰਥਨਾ ਕੀਤੀ ਆ ਤੇ ਸੰਤ ਦੇ ਦੁਆਰਾ ਹੀ ਸਾਡਾ ਬੱਚਾ ਜਿਹੜਾ ਠੀਕ ਹੋਇਆ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਤੇ ਸੰਤ ਜੀ ਦਾ ਵੀ ਧੰਨਵਾਦ ਕਰਦੀ ਜਿਨ੍ਹਾਂ ਨੇ ਪ੍ਰੇਅਰ ਕੀਤੀ ਸਾਡੇ ਵਾਸਤੇ ਤੇ ਸਾਡਾ ਬਿਲਕੁਲ ਬੱਚਾ ਜਿਹੜਾ ਠੀਕ ਤੰਦਰੁਸਤ ਆ ਤੁਹਾਡੇ ਸਾਹਮਣੇ ਹੀ ਆ। ਤੇ ਸੱਚ ਵਿੱਚ ਮੈਨੂੰ ਪਰਮੇਸ਼ਰ ਤੇ ਵਿਸ਼ਵਾਸ ਆ ਕਿ ਜਦੋਂ ਸੰਤ ਨੇ ਪ੍ਰਾਰਥਨਾ ਕੀਤੀ ਮੇਰੇ ਨਾਲ ਗਿਆ ਆਕਸੀਜਨ ਦੇ ਵਿੱਚ ਜਦੋਂ ਰੱਖਿਆ ਗਿਆ, ਮੈਂ ਜ਼ਿਆਦਾ ਜਲਦੀ ਨਹੀਂ ਸਾਂ, ਜਦੋਂ ਮੈਂ ਵੇਰੀ ਨਹੀਂ ਸਾਂ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਪਤਾ ਨਹੀਂ ਮੈਨੇ ਬਚਣਾ ਕਿ ਨਹੀਂ ਬਚਣਾ। ਮੈਂ ਘਰ ਬਾਹਰ ਜਾ ਕੇ ਨਾ ਘਰ ਦੇ ਮੈਨੂੰ ਪੁੱਛਣਾ ਕਿ ਰਾਜਾ ਠੀਕ ਹੈ? ਮੈਂ ਕਹਿੰਦੀ ਸੀ ਹਾਂ ਠੀਕ ਆ, ਪਰ ਕਿ ਮੈਨੂੰ ਉਮੀਦ ਨਹੀਂ ਸੀ ਹੈਗੀ। ਉਮੀਦ ਨਹੀਂ ਹੈਗੀ। ਜਦੋਂ ਸੰਤ ਬਹਿੰਦਾ ਗਿਆ ਜੇ ਸੰਤ ਜਦੋਂ ਉਹਨੇ ਪ੍ਰੇਅਰ ਕੀਤੀ ਤੇਲ ਲਿਆ ਮਸਾ ਕੀਤਾ ਤੇ ਤੇਲ ਇਹਦੇ ਹੱਥ ਤੇ ਜਦੋਂ ਰੱਖਿਆ ਨਾ ਮਤਲਬ ਕਿ ਇਹਦੇ ਸਿਰ ਦੇ ਤੇਲ ਹੈ ਕਹਿੰਦਾ ਭੈਣ ਰਾਜਾ ਬਿਲਕੁਲ ਠੀਕ ਆ। ਸੱਚ ਵਿੱਚ ਪਰਮੇਸ਼ਵਰ ਨੇ ਇਹਨੂੰ ਦੁਆਵਾਂ ਸੰਤਾਂ ਦੇ ਦੁਆਵਾਂ ਦੇ ਜ਼ਰੀਏ ਦੂਰਾ ਜਨਮ ਦਿੱਤਾ। ਪਰਮੇਸ਼ਵਰ ਨੇ ਇਹਨੂੰ ਦੂਰਾ ਜਨਮ ਦਿੱਤਾ ਦੁਆਵਾਂ ਦੇ ਸਿਰ ਤੇ। ਪਰਮੇਸ਼ਵਰ ਦੇ ਸੰਤਾਂ ਨੇ ਪ੍ਰਾਰਥਨਾ ਕੀਤੀ ਐਸ ਵਕਤ ਰਾਜਾ ਤੁਹਾਡੇ ਬਿਲਕੁਲ ਸਾਹਮਣੇ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਨੀ, ਰੱਬ ਦੇ ਦਾਸਾਂ ਦਾ ਵੀ ਧੰਨਵਾਦ ਕਰਨੀ ਜਿਨ੍ਹਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ। ਪਿੰਡ ਵਾਲਿਆਂ ਨੇ ਵੀ ਸਾਡਾ ਪੂਰਾ ਸਹਿਯੋਗ ਦਿੱਤਾ। ਮੈਂ ਪਰਮੇਸ਼ਵਰ ਦਾ ਵੀ ਧੰਨਵਾਦ ਕਰਨੀ ਆ ਤੇ ਪਰਮੇਸ਼ਵਰ ਦੇ ਸੰਤਾਂ ਦਾ ਵੀ ਧੰਨਵਾਦ ਕਰਨੀ ਤੇ ਲੋਕਾਂ ਦਾ ਵੀ ਧੰਨਵਾਦ ਕਰਨੀ ਹੈ ਜਿਨ੍ਹਾਂ ਨੇ ਸਾਡੀ ਬਹੁਤ ਹੀ ਮਦਦ ਕੀਤੀ। ਸਭ ਉੱਚੀ ਤਾਰੀਫ ਕਰਾਂਗੇ, ਸਭ ਉੱਚੀ ਤਾਰੀਫ ਕਰਾਂਗੇ। ਕੀ ਕਿਹਾ ਗਿਆ ਸੀ? ਡਾਕਟਰਾਂ ਨੇ, ਦੋ ਡਾਕਟਰ ਜਿਹੜੀ ਹਸਪੀਟਲਾਂ ਦੇ ਜਵਾਬ ਮਿਲ ਗਿਆ ਸੀ ਇਹਨਾਂ ਨੂੰ। ਤੇ ਦੱਸ ਰਹੇ ਨੇ ਸਿਸਟਰ ਕਿ ਪਿੰਡ ਵਾਲੇ ਹਸਪੀਟਲ ਤੋਂ ਵੀ ਕਹਿ ਰਹੇ ਸੀ ਕਿ ਇਹਨੂੰ ਸ਼ਹਿਰ ਲੈ ਜਾਓ। ਫਿਰ ਗੁਰੂ ਨਾਨਕ ਦੇ ਔਰ ਉੱਥੋਂ ਵੀ ਜਵਾਬ ਮਿਲ ਗਿਆ ਸੀ। ਔਰ ਭੈਣ ਪੂਰਾ ਪਰਿਵਾਰ ਬਹੁਤ ਪਰੇਸ਼ਾਨ ਸੀ। ਫੋਨ ਤੇ ਫੋਨ ਪੂਰੀ ਰਾਤ ਫੋਨ ਇਹਨਾਂ ਦੇ ਆਉਂਦੇ ਰਹੇ। ਮੈਂ ਕਿਹਾ ਤੁਸੀਂ ਚਿੰਤਾ ਨਾ ਕਰੋ, ਅਸੀਂ ਦੋਵੇਂ ਜੀ ਅਸੀਂ ਬੈਠੇ ਆ ਪ੍ਰੇ ਤੇ ਔਰ ਆਪਣੇ ਬੇਟੇ ਨੂੰ ਵੀ ਨਾਲ ਲਿਆ, ਵੱਡੇ ਨੂੰ। ਲਗਾਤਾਰ ਇਸ ਬੱਚੇ ਦੀ ਪ੍ਰਾਰਥਨਾ ਹੋਈ ਔਰ ਪ੍ਰਭੂ ਦੀ ਕਿਰਪਾ ਹੋਈ। ਮੈਨੂੰ ਵਿਸ਼ਵਾਸ ਸੀ ਕਿ ਬੱਚਾ ਪਰਮੇਸ਼ਰ ਦੀ ਕਮਾਲ ਲਈ ਚੁਣਿਆ ਗਿਆ ਔਰ ਆਪਣੀ ਗਲਤੀਆਂ ਦੀ ਵਜ੍ਹਾ ਨਾਲ ਅੱਜ ਜੋ ਇਹਦੇ ਜੀਵਨ 'ਚ ਕਸ਼ਟ ਆਇਆ ਉਹ ਪਰਮੇਸ਼ਰ ਵੱਲੋਂ ਕਿਉਂਕਿ ਇਹ ਪਰਿਵਾਰ ਦੀ ਕੀ ਹੋ ਚੁੱਕੀ ਆ, ਚੋਣ ਹੋ ਚੁੱਕੀ ਆ। ਔਰ ਬਹੁਤ ਵਾਰੀ ਇਸ ਪਰਿਵਾਰ ਨੂੰ ਦੱਸਿਆ ਗਿਆ ਇਹ ਗਿਫਟਡ ਆ ਪਰਮੇਸ਼ਰ ਵੱਲੋਂ। ਇਹ ਪਰਿਵਾਰ ਸਿਰਫ ਇੱਕ ਕਦਰ ਨਹੀਂ ਹੈ ਇਹਨਾਂ ਨੂੰ ਇਸ ਗਿਫਟ ਦੀ ਜੋ ਇਹਨਾਂ ਨੂੰ ਮਿਲ ਚੁੱਕਾ ਪਰਮੇਸ਼ਰ ਵੱਲੋਂ। ਪਾਪ ਦੇ ਕਾਰਨ ਬਾਰ-ਬਾਰ ਇਹਨਾਂ ਦੇ ਜੀਵਨ 'ਚ ਕਸ਼ਟ ਆਉਂਦਾ ਔਰ ਪਰਮੇਸ਼ਰ ਨੇ ਕਿਰਪਾ ਕੀਤੀ, ਫਿਰ ਤੋਂ ਇਸ ਬੱਚੇ ਨੂੰ ਦੁਬਾਰਾ ਜੀਵਨ ਦਿੱਤਾ ਔਰ ਪ੍ਰਭੂ ਦੀ ਮਹਾਨ ਕਿਰਪਾ ਹੋਈ। ਔਰ ਅੱਜ ਇਹ ਸਿਸਟਰ ਬੜੀ ਵੱਡੀ ਗਵਾਹੀ ਨਾਲ ਖੜੇ ਨੇ ਔਰ ਬ੍ਰਦਰ ਤੁਹਾਡੇ ਵਿੱਚ ਹੈ। ਸਭ ਭੈਣ ਭਾਈਆਂ ਨੇ ਪੂਰੇ ਪਿੰਡ ਨੇ ਸਹਿਯੋਗ ਦਿੱਤਾ ਇਸ ਪਰਿਵਾਰ ਦਾ ਔਰ ਬੱਚਾ ਸਹੀ ਸਲਾਮਤ ਖੁਦਾ ਦੀ ਹਜ਼ੂਰੀ 'ਚ ਪ੍ਰਭੂ ਦਾ ਧੰਨਵਾਦ ਕਰਨ ਵਾਸਤੇ ਆਇਆ। ਸਭ ਉੱਚੀ ਤਾਰੀਫ ਕਰਾਂਗੇ ਇਸ ਗਵਾਹੀ ਵਾਸਤੇ। ਸਭ ਉੱਚੀ ਤਾਰੀਫ ਕਰੋ, ਸਭ ਉੱਚੀ ਤਾਰੀਫ ਕਰੋ। ਧੰਨਵਾਦ। Hey
ਜੈਂਟਸ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਈ ਹਾਂ ਜੀ ਤੇ ਮੇਰੀ ਗਵਾਹੀ ਇਹ ਹੈ ਕਿ ਮੇਰੇ ਹਸਬੰਡ ਨਸ਼ਾ ਬਹੁਤ ਕਰਦੇ ਸੀਗੇ ਕਿ ਉਹ ਹੁਣ ਛੱਡ ਚੁੱਕੇ ਹਨ ਤੇ ਦੂਸਰੀ ਗਵਾਹੀ ਹੈਗੀ ਮੇਰੀ ਕਿੰਨਾ ਛੱਡਿਆ ਦੱਸੋ ਨਾ, ਕਿੰਨਾ ਹੋਇਆ? ਇੱਥੇ ਆਉਣ ਨਾਲ ਔਰ ਪ੍ਰਾਰਥਨਾ ਕਰਾਉਣ ਨਾਲ ਹੋਈ ਹੈ। ਤੁਸੀਂ ਲਗਾਤਾਰ ਪ੍ਰਾਰਥਨਾ ਕਰਾਉਂਦੇ ਸੀ ਫੋਨ ਤੇ? ਹਾਂਜੀ ਹਾਂਜੀ ਇੱਕੋ ਮੀਟਿੰਗ ਦੇਖੀ ਸੀ ਨਾ ਤੁਸੀਂ? ਹਾਂਜੀ ਕਿੰਨੇ ਮਹੀਨਿਆਂ ਬਾਅਦ ਆਏ ਜੇ ਤੁਸੀਂ? ਮੈਂ ਚੌਥੇ ਮਹੀਨੇ ਚ ਆਈ ਹਾਂ ਜੀ। ਹਾਂਜੀ 4 ਮਹੀਨੇ ਹੋ ਗਏ ਤੁਹਾਨੂੰ? ਹਾਂਜੀ 4 ਮਹੀਨੇ ਬਾਅਦ ਇਹ ਸਿਸਟਰ ਆਈ ਹੈ। ਇਹ ਹੁਸ਼ਿਆਰਪੁਰ ਦੇ ਲਾਗੂ ਆਏ ਨੇ ਔਰ ਦੱਸਿਆ ਗਿਆ ਕਿ ਵਿਸ਼ਵਾਸ ਨਾਲ ਭੈਣ ਰੋਜ਼ ਪ੍ਰਾਰਥਨਾ ਕਰਾਉਂਦੀ ਸੀ ਆਪਣੇ ਹਸਬੰਡ ਦੇ ਵਾਸਤੇ ਔਰ ਬਹੁਤ ਪਰੇਸ਼ਾਨ ਸੀ। ਰੋਜ਼ ਬੋਲਦੀ ਸੀ ਬੁਆ ਜੀ ਪ੍ਰਾਰਥਨਾ ਕਰੋ ਕਿ ਮੇਰਾ ਪਤੀ ਉਹਦਾ ਜੀਵਨ ਬਦਲ ਜਾਏ ਜੋ ਰੋਜ਼ ਸ਼ਰਾਬ ਪੀ ਕੇ ਮੈਨੂੰ ਕੀ ਕਰਦਾ ਹੈ, ਮਾਰਦਾ ਕੁੱਟਦਾ ਹੈ, ਮੈਨੂੰ ਗਲਤ ਸ਼ਬਦ ਬੋਲਦਾ ਹੈ। ਕਿਉਂ ਭੈਣ ਜੀ ਤੁਸੀਂ ਇਸ ਤਰ੍ਹਾਂ ਕਹਿੰਦੇ ਸੀ ਨਾ? ਕੰਮਕਾਰ ਵੀ ਨਹੀਂ ਕਰਦੇ ਸੀਗੇ, ਜਿੰਨਾ ਕੰਮ ਕਰਦੇ ਉਹ ਖਰਚਾ ਕਰ ਜਾਂਦੇ ਸੀਗੇ ਸਾਰੇ। ਹਾਂਜੀ ਭਾਜੀ ਖੜੇ ਹੋ ਤੇ ਹੁਣ ਠੀਕ ਹੈਗੇ ਆ। ਨਹੀਂ ਜੇ ਭਾਜੀ ਆਏ ਨੇ ਤੇ ਕਿਉਂ ਨਹੀਂ ਖੜੇ ਹੋ ਰਹੇ? ਬੜੀ ਵੱਡੀ ਗਵਾਹੀ ਆ, ਖੜੇ ਹੋ ਤਾਂ ਜੋ ਬਾਕੀ ਰੂਹਾਂ ਵੀ ਬਚਾਈਆਂ ਜਾਣ। ਹਾਂਜੀ ਭਾਜੀ ਆ ਜਾਓ आओ शैतान शर्मिंदा करना है, परमेश्वर की महिमा होगी। आओ देखो बहन भाइयों, शर्माना नहीं आ ਤਾਂ ਜੋ ਸਾਡੇ ਦੁਆਰਾ ਪਰਮੇਸ਼ਰ ਦੀ ਮਹਿਮਾ ਨਾਲ ਲੋਕ ਬਚੇ। ਸੋ ਦੇਖੋ ਇਹ ਭੈਣ ਲਗਾਤਾਰ ਪ੍ਰਾਰਥਨਾ ਹੁੰਦੀ ਸੀ ਔਰ ਇਹ ਬ੍ਰਦਰ ਅੰਮ੍ਰਿਤਸਰ ਨੌਕਰੀ ਕਰਨ ਲੱਗ ਪਏ ਕਿਉਂਕਿ ਜਿਸ ਤਰ੍ਹਾਂ ਹੀ ਹੋਇਆ ਔਰ ਲਗਾਤਾਰ ਇਸ ਮੀਟਿੰਗ ਤੇ ਆਉਣ ਲੱਗ ਪਏ। ਮੈਨੂੰ ਨਹੀਂ ਸੀ ਪਤਾ ਕਿ ਇਸ ਭੈਣ ਦਾ ਇਹ ਹਸਬੰਡ ਨੇ, ਮੈਨੂੰ ਅੱਜ ਪਤਾ ਲੱਗਾ। ਹਾਂ ਠੀਕ ਹੈ ਪਤਾ ਸੀ ਹੁੰਦੇ ਆ ਪਰ ਇਹ ਨਹੀਂ ਸੀ ਪਤਾ ਕਿ ਤੁਹਾਡੇ ਹਸਬੰਡ ਨੇ। ਹਾਂਜੀ ਗਵਾਹੀ ਕਰੋ, ਬੋਲੋ। ਔਰ ਹੁਣ ਇਹ ਨਸ਼ਾ ਛੱਡ ਚੁੱਕੇ ਹਨ ਔਰ ਆਪਣਾ ਕੰਮ ਕਰਦੇ ਨੇ। ਹੁਣ ਬਿਲਕੁਲ ਠੀਕ ਨੇ? ਹਾਂਜੀ, ਠੀਕ ਹੁਣ ਕੋਈ ਲੜਾਈ ਝਗੜਾ ਨਹੀਂ ਆ? ਨਹੀਂ ਹੁਣ ਬਿਲਕੁਲ ਠੀਕ ਹੈਗੇ। ਇਹ ਸਿਸਟਰ ਹੁਸ਼ਿਆਰਪੁਰ ਤੋਂ ਗਵਾਹੀ ਦਿੰਦੀਆਂ ਨੇ। ਸਭ ਉੱਚੀ ਤਾਰੀਫ ਕਰਾਂਗੇ, ਪ੍ਰਭੂ ਦੀ ਮਹਿਮਾ ਕਰਾਂਗੇ। ਇਸ ਪਤੀ ਦਾ ਜੀਵਨ ਬਦਲਿਆ, ਇਸ ਭੈਣ ਦੇ ਵਿਸ਼ਵਾਸ ਨੇ ਇਹ ਸਭ ਕੁਝ ਕੀਤਾ ਔਰ ਪ੍ਰਭੂ ਦੀ ਮਹਾਨ ਕਿਰਪਾ ਹੋਈ। ਜੀਵਨ ਮਿਲਿਆ ਆਸ਼ਿਕ ਤੇਰੀ ਬਰਕਤ ਆਈ ਹੈ ਖੁਦਾ। ਜੀਵਨ ਮਿਲਿਆ ਆਸ਼ਿਕ ਤੇਰੀ ਬਰਕਤ ਆਈ ਹੈ ਖੁਦਾ। ਬਰਕਤ ਆਈ ਹੈ ਖੁਦਾ। ਆਮੀਨ। ਦੇਖੋ ਸਭ ਤੋਂ ਪਹਿਲਾਂ ਕੀ ਮਿਲਦਾ ਹੈ? ਪਹਿਲਾਂ ਆਪਾਂ ਨੂੰ ਜੀਵਨ ਬਦਲਣਾ ਪੈਂਦਾ ਹੈ। ਜੀਵਨ ਬਦਲਾਂਗੇ ਫਿਰ ਆਸ਼ੀਸ਼ ਠਹਿਰੇਗੀ ਪਰਮੇਸ਼ਵਰ ਦੀ। ਸਾਡੇ ਜੀਵਨ ਬਦਲਣ ਨਾਲ ਭੈਣ ਭਾਈਓ ਆਸ਼ੀਸ਼ ਠਹਿਰਨੀ ਸ਼ੁਰੂ ਹੋਣੀ। ਸੁਣ ਲਓ, ਫਿਰ ਬਰਕਤ ਆਣੀ ਸ਼ੁਰੂ ਹੋਏਗੀ। ਪਰ ਕਿੱਦਾਂ ਹੋਏਗਾ? ਸਭ ਤੋਂ ਪਹਿਲਾਂ ਜੀਵਨ ਬਦਲਣਾ ਪਏਗਾ। ਇਸ ਕਰਕੇ ਇਸ ਗਵਾਹੀ ਤੋਂ ਆਪਾਂ ਕੀ ਸਿੱਖ ਰਹੇ ਹਾਂ ਕਿ ਵਿਸ਼ਵਾਸ ਨਾਲ ਫਾਈਟ ਕਰੋ। ਤੁਸੀਂ ਬੜੇ ਵੱਡੇ ਗਵਾਹੀਆਂ ਨਾਲ ਖੜੇ ਹੋਵੋਗੇ। ਆਮੀਨ। ਔਰ ਇਹ ਸਿਸਟਰ ਗੱਡੀ ਤੇ ਆਏ ਨੇ ਆਪਣੇ ਪਰਿਵਾਰ ਨੂੰ ਲੈ ਕੇ, ਲੱਗੋ ਰਿਸ਼ਤੇਦਾਰ ਜੋ ਵੀ ਇਹਨਾਂ ਦਾ ਫੈਮਿਲੀ ਆ, ਇਹ 9-10 ਮੈਂਬਰ ਆਏ ਨੇ। ਖੁਦਾ ਦਾ ਧੰਨਵਾਦ, ਬੜੀ ਵੱਡੀ ਗਵਾਹੀ ਨਾਲ ਪਰਮੇਸ਼ਰ ਇਹਨਾਂ ਨੂੰ ਖੜਾ ਕੀਤਾ ਔਰ ਅੱਜ ਇਹ ਸਿਸਟਰ ਬਹੁਤ ਖੁਸ਼ ਨੇ। ਤੇ ਦੂਸਰੀ ਗਵਾਹੀ ਮੇਰੀ ਮੰਮੀ ਦੀ ਹੈਗੀ ਹੈ। ਮੰਮੀ ਮੇਰੇ ਬਹੁਤ ਬਿਮਾਰ ਮੰਮੀ ਕਿੱਥੇ? ਮੰਮੀ ਨੂੰ ਖੜਾ ਕਰੋ ਤੇ ਮੰਮੀ ਕਿੱਥੇ ਨੇ? ਆਏ ਨੇ, ਮੰਮੀ ਦੇ ਖੜੇ ਹੋ ਜਾਂਦੇ। ਸਾਨੂੰ ਬਲੇਸਿੰਗ ਮਿਲ ਰਹੀ ਹੈ ਬੇਟੇ ਦੀ ਯਹੋਵਾ ਪਿਤਾ ਪਰਮੇਸ਼ਰ ਦੇ ਨਾਮ ਦੇ ਵਿੱਚ। ਆਮੀਨ। ਮੈਂ ਆਤਮਾ ਦੇ ਵਿੱਚ ਵੇਖ ਰਿਹਾ ਪ੍ਰਭੂ ਤੁਹਾਨੂੰ ਕਹਿਣ ਬਹੁਤ ਵੱਡੀ ਆਸ਼ੀਸ਼ ਦੇਣਾ। ਪ੍ਰਭੂ ਤੁਹਾਨੂੰ ਬੇਟੇ ਨਾਲ ਬਲੈਸ ਕਰਨ ਜਾ ਰਹੀ ਹੈ ਯਹੋਵਾ ਪਿਤਾ ਪਰਮੇਸ਼ਰ ਦੇ ਨਾਮ ਦੇ ਵਿੱਚ। ਆਮੀਨ। ਹਾਂਜੀ ਮੰਮੀ ਅੱਗੇ ਆਣ। ਹਾਂਜੀ ਦੱਸੋ, ਗਵਾਹੀ ਬੋਲੋ, ਮੰਮੀ ਦੀ ਗਵਾਹੀ ਬੋਲੋ। ਮੰਮੀ ਸੀਗਾ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀਗੇ। ਇਹਨਾਂ ਨੂੰ ਡਾਕਟਰਾਂ ਦੀ ਅਸੀਂ ਦਵਾਈਆਂ ਵੀ ਦਿੱਤੀਆਂ ਤੇ ਟੈਸਟ ਵੀ ਕਰਵਾਏ। ਟੈਸਟ ਵਿੱਚ ਕੁਝ ਨਹੀਂ ਆਉਂਦਾ ਸੀਗਾ। ਕਿੰਨੇ ਚਿਰਾਂ ਤੋਂ ਬਿਮਾਰ ਸੀ ਮੰਮੀ? ਕਿੰਨੇ ਟਾਈਮ ਤੋਂ ਦਵਾਈ ਖਾ ਰਹੇ ਸੀ? ਇਹ ਮਤਲਬ ਕਿ 2 ਮਹੀਨੇ ਹੋ ਗਏ ਦਵਾਈ ਖਾਂਦਿਆਂ ਨੂੰ ਇਹਨਾਂ ਨੂੰ। ਠੀਕ ਹੈ, ਕੋਈ ਫਰਕ ਨਹੀਂ ਸੀ ਪੈ ਰਿਹਾ। ਹਾਂਜੀ, ਤੇ ਫਿਰ ਮੈਂ ਵੀਰ ਕੋਲੋਂ ਪ੍ਰੇਅਰ ਕਰਾਈ ਤੇ ਕਰਾਉਣ ਤੋਂ ਬਾਅਦ ਫਿਰ ਮੰਮੀ ਮੇਰੇ ਠੀਕ ਹੋ ਗਏ ਔਰ ਹੌਲੀ ਹੋਰ ਜ਼ਿਆਦਾ ਠੀਕ ਹੋ ਗਿਆ। ਅੱਜ ਮਤਲਬ ਕਿ ਕਾਫੀ ਜਿਹੜੇ ਮਤਲਬ ਕਿ ਇਹਨਾਂ ਦੇ ਗੋਡਿਆਂ 'ਚ ਦਰਦਾਂ ਔਰ ਸਰੀਰ 'ਚ ਪੂਰੇ ਪ੍ਰੋਬਲਮ ਸੀਗੀ ਉਹ ਠੀਕ ਹੋ ਚੁੱਕੀ ਹੈ। ਸਭ ਉੱਚੀ ਤਾਰੀਫ ਕਰੋ ਇਸ ਗਵਾਹੀ ਵਾਸਤੇ। ਸਭ ਉੱਚੀ ਤਾਰੀਫ ਕਰੋ। ਧੰਨਵਾਦ ਆਮੀਨ। ਹਾਂਜੀ, ਹੋਰ ਕੋਈ ਗਵਾਹੀ? ਅਗਲੀ ਗਵਾਹੀ ਦੀ ਫੇਰ ਤੁਸੀਂ ਆ ਰਹੇ ਜੇ। ਪਰਮੇਸ਼ਰ ਦਾ ਬੇਟਾ ਦੇ ਮੈਸੇਜ ਆ ਰਿਹਾ ਹੈ ਔਰ ਇਸ ਗਵਾਹੀ ਦੀ ਤੁਸੀਂ ਬਹੁਤ ਜਲਦ ਖੜੇ ਹੋਵੋਗੇ। ਸਭ ਉੱਚੀ ਤਾਰੀਫ ਕਰੋ। ਹਾਂ ਸਾਰੇ ਭੈਣ ਭਾਈਆਂ ਗਿਆਨ ਸਰੀ ਰੱਬੀ ਦਰਾਸਾਂ ਦੀ ਗਿਆਨ ਸਰੀ ਜੈ ਬੜਾ ਧੰਨਵਾਦ ਹੈ ਕਿ ਪਰਮੇਸ਼ਰ ਨੇ ਅੱਜ ਦਾ ਦਿਨ ਸਾਡੀ ਜ਼ਿੰਦਗੀ 'ਚ ਦਿੱਤਾ ਕਿ ਮੇਰੀ ਅਗਵਾਈ ਹੈ ਕਿ ਮੈਂ ਕਾਫੀ ਜ਼ਿਆਦਾ ਬਿਮਾਰ ਹਾਂ।
ਮੈਂ ਇੱਥੇ ਰਹਿਣ ਵਾਲੀ ਫਤਿਹਗੜ੍ਹ ਦੀ, ਮੇਰਾ ਨਾਮ ਅੰਜੂ ਹੈ ਤੇ ਮੇਰੀ ਇੱਥੇ ਮੈਰਿਜ ਹੋਈ ਆ। ਬੀਨਾ ਦੀਦੀ ਮੇਰੀ ਵੱਡੀ ਸਿਸਟਰ ਹੈ ਤੇ ਮੇਰੀ ਅਗਵਾਈ ਕਿ ਮੈਂ 2 ਮਹੀਨੇ ਤੋਂ ਕਾਫੀ ਜ਼ਿਆਦਾ ਬਿਮਾਰ ਹਾਂ ਤੇ ਕਾਫੀ ਟ੍ਰੀਟਮੈਂਟ ਵੀ ਕਰਵਾਈ ਬਟ ਕੋਈ ਫਰਕ ਨਹੀਂ ਪੈਂਦਾ ਹੈਗਾ। ਤੇ ਦਵਾਈ ਖਾਣ ਦੇ ਨਾਲ ਨਾਲ ਕਹਿੰਦੇ ਸੀ ਕਿ ਅਲਟਰਾਸਾਊਂਡ ਕਰਵਾਓ। ਪਹਿਲੀ ਅਲਟਰਾਸਾਊਂਡ ਕਰਵਾਈ ਤਾਂ ਉਹਦੇ ਵਿੱਚ ਰਸੌਲੀਆਂ ਆਈਆਂ ਤੇ ਡਾਕਟਰਾਂ ਨੇ ਮਤਲਬ ਕਿ ਜਵਾਬ ਦੇ ਦਿੱਤਾ ਸੀ ਕਿ ਇਹਦੇ ਕਾਫੀ ਜ਼ਿਆਦਾ ਹੀ ਪ੍ਰੋਬਲਮ ਹੈ ਸਰੀਰਕ ਤੇ ਇਹਨੂੰ ਢਿੱਲੋਂ ਵਾਲਿਆਂ ਕੋਲ ਅਲਟਰਾਸਾਊਂਡ ਕਰਵਾਉਣੀ ਪੈਣੀ। ਉੱਥੋਂ ਕਰਵਾਈ ਤੇ ਉਹ ਅਲਟਰਾਸਾਊਂਡ 1 ਦਿਨ ਗੈਪ ਪਾ ਕੇ ਕਰਵਾਈ ਤੇ ਉਹਦੇ ਵਿੱਚ ਕੁਛ ਵੀ ਨਹੀਂ ਆਇਆ ਹੈਗਾ। ਫਿਰ ਕਹਿੰਦੇ ਕਿ ਮੇਰੀ ਕਾਫੀ ਜ਼ਿਆਦਾ ਦਰਦ ਹੁੰਦੀ ਸੀ ਆਈ ਵਾਲੇ ਕਿ ਛਾਤੀ ਦੇ ਵਿੱਚ ਤੇ ਪੇਟ ਦੇ ਵਿੱਚ 24 ਘੰਟੇ ਦੀ ਦਰਦ ਰਹਿੰਦੀ ਹੁੰਦੀ। 24 ਘੰਟੇ ਦੀ ਰਾਤ ਨੂੰ ਇੰਜੈਕਸ਼ਨ 2 ਲਗਵਾਉਣੇ, 11 ਦਿਨ ਇੰਜੈਕਸ਼ਨ ਲਗਵਾਉਂਦੀ ਰਹੀ 2 ਕਦੀ ਦਿਨ ਨੂੰ ਰਾਤ ਨੂੰ, ਫਿਰ 9 10 ਰਾਤ ਮਤਲਬ ਕਿ ਗੋਲੀਆਂ ਖਾ ਕੇ ਸੋਣਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹੈਗਾ ਵੀ। ਤੇ ਮੈਂ ਕਿਸੇ ਮਤਲਬ ਕਿ ਇਹ ਕਿਸੇ ਦੇ ਨਾਲ ਜੁੜੇ ਹੋਏ ਹੀ ਪ੍ਰੇਅਰ ਦੇ ਵਾਸਤੇ ਤੇ ਮੈਂ ਉਹਨਾਂ ਕੋਲ ਪ੍ਰੇ ਕਰਵਾਉਣ ਗਈ ਤੇ ਉਹਨਾਂ ਨੇ ਮੇਰੇ ਵਿੱਚ ਕੀ ਕਮੀਆਂ ਦੱਸ ਦਿੱਤੀਆਂ ਕਿ ਤੂੰ ਪਰਮੇਸ਼ਰ ਵਿੱਚ ਨਹੀਂ ਚੱਲਦੀ, ਪਰਮੇਸ਼ਰ ਤੈਨੂੰ ਸਰਾਫ ਦੇਂਦਾ, ਤੂੰ ਰਹਿਣਾ ਨਹੀਂ ਹੈਗਾ ਵੀ। ਤੇ ਮੈਨੂੰ ਨਹੀਂ ਪਤਾ ਹੈਗਾ ਦੀਦੀ ਹੁਣੀ ਕਿ ਮਤਲਬ ਕਿ ਮੀਟਿੰਗ ਦੇ ਵਿੱਚ ਆਉਂਦੇ ਸੀ। ਦੀਦੀ ਹੁਣਾਂ ਨੇ ਪਹਿਲਾਂ ਮੈਨੂੰ ਦੱਸਿਆ ਸੀ ਕਿ ਤੁਸੀਂ ਜਾ ਸਕਦੇ ਜੋ ਪ੍ਰੇ ਕਰਵਾ ਸਕਦੇ ਜੋ ਤੇ ਪਰ ਮੇਰੇ ਥੋੜਾ ਪ੍ਰੋਬਲਮ ਹੈ ਫੈਮਿਲੀ ਪ੍ਰੋਬਲਮ ਦੇ ਕਰਕੇ ਮੈਂ ਆ ਨਹੀਂ ਪਾਈ ਤੇ ਇਸ ਕਰਕੇ ਸ਼ੀਲੋਦਾਰੀ ਨੂੰ ਤੇ ਸਾਰੇ ਜਾਣਦੇ ਹੋਣੇ ਆ। ਉਹਨਾਂ ਨੇ ਮੈਨੂੰ ਲੈ ਕੇ ਆਂਦਾ ਨਾਲ ਮੇਰੀ ਮੰਮੀ ਆਏ ਸੀ ਤੇ ਕਾਫੀ ਜ਼ਿਆਦਾ ਪ੍ਰੋਬਲਮ ਦੇ ਵਿੱਚ ਮੈਂ ਇੱਥੋਂ ਤੱਕ ਕਿ ਖੜਿਆ ਵੀ ਨਹੀਂ ਹੋਇਆ ਜਾਂਦਾ। ਮੈਨੂੰ 3 ਜਾਣਿਆਂ ਨੇ ਫੜ ਕੇ ਖੜਿਆ ਸੀ। ਫਿਰ ਇਹਨਾਂ ਦੇ ਬਾਰੇ ਦੱਸਿਆ ਮੰਮੀ ਜੀ ਉਹ ਸ਼ੀਲੋਦਾਰੀ ਜੀ ਨਾ ਇਹਨਾਂ ਦੇ ਕੋਲ ਲੈ ਕੇ ਗਏ। ਉਸ ਦਿਨ ਮੇਰੇ ਕੋਲ ਬਿਲਕੁਲ ਨਹੀਂ ਉੱਠਿਆ ਜਾਂਦਾ ਵੀ ਕਿ ਮੈਨੂੰ ਉਮੀਦ ਨਹੀਂ ਹੈਗੀ ਕਿ ਇਹਨੇ ਆਪਰੇਸ਼ਨ ਦੱਸ ਦਿੱਤਾ, ਕਿਸੇ ਨੇ ਦੱਸ ਦਿੱਤਾ ਕਿ ਇਹਨੂੰ ਕੈਂਸਰ ਹੈਗੀ ਆ ਤੇ ਇਹ ਨਹੀਂ ਹੁਣ ਰਹਿ ਸਕਦੀ ਵੀ। ਪਰ ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਰ ਨੇ ਜਿਵੇਂ ਸਾਨੂੰ ਬਣਾਇਆ ਵਾ ਤੇ ਸਾਨੂੰ ਜੀਵਤ ਵੀ ਰੱਖੇਗਾ ਤੇ ਇਹਨਾਂ ਕੋਲ ਰਹਿ ਕੇ ਆਏ। ਉਸ ਦਿਨ ਮੈਨੂੰ ਉਮੀਦ ਮੈਂ ਵੀ ਛੱਡ ਗਈ ਹਾਂ। ਮੈਂ ਕਿਹਾ ਮੇਰੇ ਮੰਮੀ ਇੱਥੋਂ ਕੱਪੜੇ ਖੜ ਕੇ ਨਾ ਬਾਹਰ ਅੱਗ ਲਾ ਦਿਓ ਕਿਉਂਕਿ ਕਿਸੇ ਨੇ ਮੇਰੇ ਕੱਪੜੇ ਤੇ ਪਾਣੇ ਨਹੀਂ ਹੈਗੇ, ਮੈਂ ਠੀਕ ਨਹੀਂ ਰਹਿੰਦੀ ਹੈਗੀ ਵੀ। ਤੇ ਨਾ ਕੋਈ ਮੈਨੂੰ ਪੁੱਛਦਾ ਹੈਗਾ ਵਾ ਕਿ ਮੇਰੇ ਨੇੜੇ ਵੀ ਨਹੀਂ ਆਉਂਦਾ ਹੈਗਾ ਕਿ ਬਿਮਾਰ ਰਹਿੰਦੀ ਹੈਗੀ ਆ। ਤੇ ਫਿਰ ਇਹਨਾਂ ਕੋਲ ਗਏ, ਇਹਨਾਂ ਨੇ ਪ੍ਰੇਰ ਕੀਤੀ ਮੇਰੇ ਲਈ। ਅੱਜ 3 ਦਿਨ ਹੋ ਗਏ ਰੈਗੂਲਰ ਰਾਤ ਦਿਨ ਪ੍ਰਾਰਥਨਾ ਦੇ ਵਿੱਚ ਪਾਸਟਰ ਜੀ ਔਰ ਬੁਆ ਜੀ ਜਾਣਦੇ ਆ। ਮੇਰੇ ਲਈ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਪ੍ਰਭੂ ਦਾ ਔਰ ਪ੍ਰਭੂ ਦੇ ਦਾਸੀ ਦਾ ਧੰਨਵਾਦ ਹੈ ਦਿਲ ਤੋਂ ਸ਼ੁਕਰੀਆ ਕਰਨੀ ਹੈ ਪ੍ਰਭੂ ਦਾ ਧੰਨਵਾਦ ਕਰਾਂਗੇ ਜੋ ਪ੍ਰਭੂ ਨੇ ਫਿਰ ਤੋਂ ਤੁਹਾਨੂੰ ਚੰਗਾ ਕੀਤਾ ਔਰ ਵਿਸ਼ਵਾਸ ਕਰਦੀ ਹੈ ਕਿ ਭੈਣ ਆਪਣਾ ਜੀਵਨ ਬਦਲ ਕੇ ਖੁਦਾ ਨੂੰ ਆਪਣਾ ਜੀਵਨ ਦੇਣਗੇ ਔਰ ਸਾਰੇ जो दुख बीमारियां परमेश्वर वालों ने प्रभु की करते हैं सानू माफ कर दे और कोई भी बीमारी कहते जीवन च नहीं है ये भैन आजाद है। हालेलुया हालेलुया हालेलुया। मुझे बिल्कुल ठीक है तेरा कोई दर्द नहीं है बिल्कुल ओके। सब ऊंची तारीफ करेंगे सब ऊंची तारीफ करो। हमने कोई काली पाए मनमान 4 बजे खुला ਤੁਹਾਨੂੰ ਸਾਰਿਆਂ ਨੂੰ ਕਾਲੀ ਹੋ ਕੇ ਮੈਨੂੰ ਭਾਵੇਂ ਜਿੰਨਾ ਚਿਰ ਮਰਜ਼ੀ ਤੇ ਖਿਲਾ ਸਕੋ। ਇਸ ਕਰਕੇ ਵੇਖੋ ਭੈਣ ਵੀ ਜੇ ਆਪਾਂ ਪਰਮੇਸ਼ਰ ਦੀ ਮਹਿਮਾ ਕੀਤੀ ਆ ਵੇਖੋ ਮੇਰੇ ਕਹਿੰਦਾ ਮੈਂ ਤੁਹਾਨੂੰ ਦੱਸਣ ਲੱਗਾ ਵੀ ਸਾਡਾ ਪਰਮੇਸ਼ਰ ਕੀ ਡਾਕਟਰਾਂ ਦੀ ਕੀ ਆ ਜੀਸਸ ਡਾਕਟਰ ਹੈ ਵੱਡਾ ਸਾਰਾ ਡਾਕਟਰ ਹੋਈ ਆ ਭੈਣ। ਲੋਕੀ ਕਹਿੰਦੇ ਨਾ ਵੱਡਾ ਬਾਬਾ ਮੈਂ ਵੱਡਾ ਕੋਈ ਬਾਬਾ ਕੋ ਬਣ ਜਾਏਗਾ ਕਿੰਦੂ ਕੌਣ ਵੱਡਾ ਸਿਰਫ ਇੱਕ ਸਾਡਾ ਪਰਮੇਸ਼ਰ ਵੱਡਾ ਹੈ। धन्यवाद ਦੇਖੀ ਜਾਵਾ ਪਿਤਾ ਪਰਮੇਸ਼ਰ ਵੱਡਾ ਜਿਹੜਾ ਸਾਰਿਆਂ ਨੂੰ ਕੀ ਕਰਦਾ ਚੰਗਾ ਕਰਦਾ। ਮੈਂ ਫਿਰ ਕਿਉਂਕਿ ਵੇਖੋ ਇੱਕ ਫੋਨ ਤੇ ਆਪਾਂ ਪ੍ਰਾਰਥਨਾ ਕਰਦੇ ਤਾਂ ਪਰਮੇਸ਼ਰ ਦਾ ਆਤਮਾ ਉਸੇ ਵੇਲੇ ਕੀ ਕਰਦਾ ਛੂ ਕੇ ਕੀ ਕਰਦਾ ਚੰਗਾ ਕਰਦਾ ਭੈਣ ਭਾਈ। ਉਸੇ ਵੇਲੇ ਛੂ ਕੇ ਚੰਗਾ ਕਰਦਾ ਉਸੇ ਘੜੀ ਚੰਗਾ ਕਰਦਾ ਭੈਣ ਭਾਈ। ਇਸ ਭੈਣ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਜਿੱਦਣ ਮੈਂ ਭਾਈ ਜਿੱਦਣ ਕਿਉਂਕਿ ਪਰਮੇਸ਼ਰ ਦੇ ਦਾਸਾਂ ਨੇ ਮੈਨੂੰ ਉਹਨਾਂ ਦੇ ਰਾਹੀਂ ਵਰਦਾਨ ਮਿਲਿਆ ਸੀ ਵੀ ਜਦੋਂ ਤੇਰੇ ਘਰ ਦੇ ਵਿੱਚ ਕੋਈ ਮਰੀਜ਼ ਆਏਗਾ ਜਦੋਂ ਕੋਈ ਦੁਕਾਨ ਦੇ ਵਿੱਚ ਮਰੀਜ਼ ਆਏਗਾ ਤੇ ਉਸੇ ਘੜੀ ਕੀ ਹੋ ਜਾਏਗਾ ਚੰਗਾ ਹੋ ਜਾਏਗਾ। ਪ੍ਰਭੂ ਦੇ ਦਾਸ ਦੇ ਦੁਆਰਾ ਮੈਨੂੰ ਪ੍ਰਭੂ ਦਾ ਆਤਮਾ ਬੋਲਿਆ ਵੀ ਪ੍ਰਭੂ ਤੈਨੂੰ ਵਰਦਾਨ ਦੇ ਅੰਦਰ ਹੈ। ਜਿਸ ਵੇਲੇ ਭੈਣ ਘਰ ਆ ਕੇ ਬੈਠੀ ਕਹਿੰਦੀ ਪਾਸਟਰ ਜੀ ਮੈਂ ਚੰਗੀ ਹੋਣੀ ਕੀ ਸ਼ੁਰੂ ਕੀਤਾ ਹੋਰ ਚੰਗੀ ਭੈਣ ਉਸ ਵੇਲੇ ਭੈਣ ਮੇਰੀ ਇੰਨੀ ਜ਼ਿਆਦਾ ਹਾਲਤ ਖਰਾਬ ਹੈ ਕਿ ਮਤਲਬ ਕਿ ਮੇਰੇ ਹਸਬੰਡ ਨੇ ਤੇ ਮੰਮੀ ਮੇਰੀ ਨੇ ਉਹ ਮਾਤਾ ਜੀ ਨੇ ਫੜ ਕੇ ਖੜਿਆ। ਜਿਸ ਦਿਨ ਅੰਦਰ ਹੀ ਜੇ ਐਂਟਰ ਹੋਈ ਹੈ ਨਾ ਉਸੇ ਵਕਤ ਹੀ ਮੈਂ ਕਿ ਮਤਲਬ ਉਹ ਮੈਂ ਪਾਸਟਰ ਜੀ ਨੂੰ ਚਾਹੁੰਦਾ ਕਿਹਾ था कि पास्टर जी मैं हल्का महसूस कर रही हूँ कि काफ़ी ज़्यादा हदों तक मतलब कि मेरी जी बीमारी ही ना मैनू उठन नहीं देती होंगी तो मैं प्रभु का और प्रभु के दासां का धन्नवाद करती कि अज मैं उस बीमारी तो आज़ाद हाँ।
देखो डॉक्टर की दस रहे कैंसर भी कोई कुछ और कितने गई बीमारियां कितने गई क्योंकि भैन भाईओ प्रभु के दूतों का कैमरा अंदर तक चेक करता है कि जाने एक जाने चेक करता कि तरह के तुझे है कौतां की किताब 15:3 कहता जहावा परमेश्वर की अखां सब नहीं थाई लगी रहंदियां ते बुरे भले दोवां नूं की आ ताकदियां रहिंदियां ओहदा कैमरा तुहाडे अंदर तक लगा भैन भाईओ कि तरह के तुझे है अंदरों इस करके भैन भाईओ सिर्फ मेरे कहने का मतलब इको है याद रखो इब्रानियां 12:14 कि उत्थे लिखा सबना नाल मेल रखो पवित्रता तो बगैर परमेश्वर की कभी वेख नहीं सकते मेल सारे ने रखना भावे माड़े भावे चंगे आ पर अपने जीवन च की करनी है पवित्रता ही रखनी भैन सबना नाल मेल रखो और पवित्रता ही अपने जीवन च पवित्र कर लो फिर पत्रस दे विच की लिखिया कहता मैं पवित्र ते मैनू मनण वाले पवित्र किया होने चाहिए अपना जीवन पवित्र कर लो प्यारे तारे जीवन में कोई बीमारी तारे लागे नहीं आए आमीन सब जी तारीफ करांगे इस गवाही वास्ते और इनकी गवाही सुनांगे उदासी का हमारे घर ना फ्रिज नहीं है प्रभु का धन्यवाद धन्यवाद हाँ जी हमारे घर ना फ्रिज नहीं है उधर नहीं करो प्रभु ने फ्रिज दी फ्रिज के सारा सामान ही देता हमें किन्ने देता प्रभु ने देता किदा दिता दसो ना प्रभु ने धन्यवाद किया जब जाने करा भाई पता क्यों एक इन्होंने मिनट, बोला एक कि मिनट, क्यों एक अटकन आ रही है क्योंकि बेचारे ने पहली बार मैं पढ़िया क्योंकि जब आप अगे खड़ते हो तो की ਹੁੰਦਾ ਭੈਣ ਵੀ ਹੱਥ ਕੰਮ ਨਹੀਂ ਕੀਆ ਸ਼ੁਰੂ ਹੋ ਜਾਂਦੇ ਕਿਉਂਕਿ ਉਹ ਗਵਾਹੀ ਨਹੀਂ ਦੇ ਰਹੇ ਕਿਉਂਕਿ ਨਵਾਂ ਪਰਿਵਾਰ ਆਇਆ ਉਹ ਗਵਾਹੀ ਨਹੀਂ ਦੇ ਰਹੇ ਕਿਉਂਕਿ ਆਪਾਂ ਸਹੀ ਤਰੀਕੇ ਨਾਲ ਆਪ ਗਵਾਹੀ ਦਵਾਂਗੇ ਮੈਂ हाँ जी इन्हां दी गवाही इस तरह है कि इस जोड़ी दी मैरिज नूं 1 साल हो चुका और इस जोड़ी लगातार परमेश्वर के घर विच आउण लगे कहंदे कि सानू परमेश्वर बेबी ना ब्लेस करे और जदों इन्हां ने दस्सिया नहीं कि सब कुछ परमेश्वर दे सकदा तुसीं चिंता ना करो तुसीं अपना जीवन खुदा नूं दिओ और इन्हां ने आके जब जीवन खुदा नूं दिता लगातार मीटिंग ते आउणा शुरू कीता रात नूं भी और संडे दी मीटिंग ते भी और इन्हां दा विश्वास मजबूत हो गया कि सचमुच जिंदा परमेश्वर असीं जुड़ चुके हैं और जदों इन्हां ने देखिया परमेश्वर नूं चखिया ते देखिया कि यहोवा की आ भला है और इन्हां दे जीवन च अद्भुत काम होण लगे और इन्हां ने क्या कहा संत जी असीं बपतिस्मा लेना चाहते हैं और इन्हां ने अपना चूड़ा उतरवाता और बपतिस्मा ले लिया और जदों बपतिस्मा लिया के इन्हां ने कहा उन्हां नूं की करनी लोड़ आ सी कि तुसीं फास्टिंग विच किया चले जाओ ठीक है और उसी तरह इन्होंने जो समझाया गया सिखाया गया एक इन्होंने करना शुरू किया और फिर दसिया गया कि जदों इन्होंने 3 और 4 रोजे निकले और दसिया गया उस तो बाद इन्होंने घर विच की मुश्किल की कि फ्रिज नहीं सी हैगी और जितने सिस्टर कुवारे होंदे काम करते सी उतों दे बल्कि मालक नूं इन्होंने फोन किया कि अंकल जी सानू मुश्किल आ ते तुसीं एक फ्रिज सानू दिओ और प्रभु की भी महान कृपा आई कि चौथे फास्टिंग ते इन्हां दा सारा दहेज गड्डी भर के इन्हां दे घर आ गया प्रभु की कृपा होगी कली फ्रिज नहीं दोनों कमरे भर के जाए सब जी तारीफ करांगे इस गवाही वास्ते सब जी तारीफ करो तारीफ करो तारीफ करो हालेलुया सब जी तारीफ करो इन्हां ने ये नहीं सोचा कि साडे विआह नूं साल होया असीं मेकअप छड्डांगे सानू अच्छा नहीं लगेगा बस अखा बंद करके अपना जीवन खुदा नूं दे दिता संसार वाल ही देखिया कि संसार की कहेगा कि भैन तू तो हुणे सिंपल हो गई है सोचदियां बीबियां भी नहीं सोचदियां बजुर्ग बीबियां तक मेकअप चलदे ने पर इस भैन ने की वेख्या इन्हें देखा कि परमेश्वर ही सब कुछ है सिखाया गया और इस सिस्टर ने बपतिस्मा लिया और आज इस बहन को कुछ नहीं सी कि उस मालक ने कली फ्रिज नहीं दोनों कमरे दहेज ना भर दिते ये कौन कर रहा है ऊंची बोलो कौन कर रहा है सब ऊंची तारीफ करेंगे सब ऊंची तारीफ करो सो परमेश्वर ना बने रहो इस तरह ही खुदा लिया और प्रभु का धन्यवाद ਮੈਨੂੰ ਡਾਕਟਰ ਨੇ ਇਸ ਵਾਰ ਬੋਲਿਆ ਸੀ ਕਿ ਤੇਰਾ ਚੌਥਾ ਆਪਰੇਸ਼ਨ ਹੋਵੇਗਾ ਪਰ ਆਪਦੇ ਦਾਸ ਨੇ ਕਿਹਾ ਸੀ ਭੈਣ 2.5 ਮਹੀਨੇ ਹੋ ਗਏ ਮੈਨੂੰ ਪਾਈਪ ਬਾਥਰੂਮ ਵਾਲੀ ਪਈ ਨੂੰ ਅਜੇ 3 ਮਹੀਨੇ ਨਹੀਂ ਹੋਏ ਮੇਰੇ ਬਰੇਡ ਹੋਏ ਨੂੰ ਆਪਦੇ ਦਾਸ ਨੇ ਬੋਲਿਆ ਭੈਣ ਵਿਸ਼ਵਾਸ ਰੱਖ ਕੇ ਚਰਚ ਵਿੱਚ ਆ ਤੇਰੀ ਨਾਲੀ ਜਿਹੜੀ ਨਿਕਲ ਜਾਏ ਮੈਂ ਪਿਛਲੇ ਸੰਡੇ ਆਈ ਪ੍ਰਭੂ ਦੇ ਦਾਸਾਂ ਨਾਲ ਮੈਂ ਪ੍ਰੇਅਰ ਕਰਾਈ
ਰੱਬ ਦੇ ਦਾਸ ਪ੍ਰੇਅਰ ਕੀਤੀ ਮੇਰੀ ਪਾਈਪ ਜਿਹੜੀ ਲੱਥ ਗਈ ਹੈ ਤੇ ਡਾਕਟਰ ਬੋਲਦੇ ਸੀ ਸਾਡੀ ਜਾਨ ਨੂੰ ਖਤਰਾ ਹੈ ਤੁਸੀਂ ਪਾਈਪ ਪਾ ਲਓ ਅਜੇ 15 ਅਗਸਤ ਤੱਕ ਤੁਹਾਡਾ ਆਪਰੇਸ਼ਨ ਦੱਸਿਆ 15 ਅਗਸਤ ਤੋਂ ਬਾਅਦ ਪਰ ਰੱਬ ਦਾ ਦਾਸ ਦਾ ਧੰਨਵਾਦ ਹੈ ਰੱਬ ਦਾ ਧੰਨਵਾਦ ਹੈ ਸਭ ਉੱਚੀ ਤਾਰੀਫ ਕਰਾਂਗੇ, ਸਭ ਉੱਚੀ ਤਾਰੀਫ ਕਰਾਂਗੇ। ਇੱਕ ਮਿੰਟ ਸੁਣੋ ਮੇਰੀ ਗੱਲ। ਜਿਹਨੂੰ ਆਪਰੇਸ਼ਨ ਦੱਸਿਆ ਹੋਵੇ ਉਹ ਤਾਂ ਨੱਚ ਸਕਦਾ ਹੈ? ਦੱਸੋ, ਨੱਚ ਸਕਦਾ ਹੈ? डॉक्टर ने कहा तीसरा ऑपरेशन होने जा रहा है तेरा अगस्त महीने च चौथा ऑपरेशन और इन्हें विश्वास किया रब ने दसना क्या कि तेरा कोई ऑपरेशन नहीं होएगा और जो बात उनकी नाली लगी सी सिस्टर आउंदी रही ना चर्च विच और दसिया नाली लगी जी नचदी रही आ किन्हां नूं पता है नाली लगी जी नचदी रही है चाहिए आज बड़ी गवाही ना खड़ी हुई है आज नाली की आ लग चुकी है परमेश्वर ने इन्हें चका के दसा बुझी तारीफ करो ਇਹ ਸਿਸਟਰ ਦਾ ਜਦੋਂ ਇੱਥੇ ਪ੍ਰਾਰਥਨਾ ਕਰਕੇ ਕਹਿੰਦੀ ਸਰ ਜੀ ਮੈਂ ਨਾਲੀ ਲਵਾਦਾ ਮੈਂ ਲਵਾ ਦੇ ਕਹਿੰਦੀ ਚਲੋ ਠੀਕ ਹੈ ਰਾਤੀ ਦਾ 9 ਵਜੇ ਡਾਕਟਰ ਨੇ ਨਾਲੀ ਲਾਈ ਅਗਲੇ ਦਿਨ ਦਾ ਮੈਨੂੰ ਫੋਨ ਆਇਆ ਸੰਜੀ ਕੁਝ ਹੋਏਗਾ ਮੈਂ ਕੁਛ ਨਹੀਂ ਕਹੀ ਯਿਸੂ ਮਸੀਹ ਦੇ ਨਾਮ ਤੇ ਆਮੀਨ ਬੋਲਦੀ ਤੇਰਾ ਪ੍ਰੈਸ਼ਰ ਵੀ ਨਹੀਂ ਹੋਗਾ ਪਿਛਲੇ ਹਫਤੇ ਇਹਨੂੰ ਬੋਲਤਾ ਹੈ ਫਿਰ ਪਰਮੇਸ਼ਰ ਦੀ ਜੋ ਆਵਾਜ਼ ਆਈ ਚੌਥਾ ਪ੍ਰੈਸ਼ਰ ਆਏਗਾ ਤੇਰਾ ਨਹੀਂ ਹੋਏਗਾ ਭੈਣ ਭਾਈਓ ਭਾਵੇਂ ਲਿਖਦੇ ਨੇ ਉਹਦੇ ਵਿੱਚ ਲੈ ਲਓ ਜੇ ਹੋਏਗਾ ਮੈਂ ਤੁਹਾਨੂੰ ਨਹੀਂ ਹੋਏਗਾ ਭੈਣ ਭਾਈਓ ਕਿਉਂਕਿ ਮੈਂ ਤੁਹਾਨੂੰ ਕਿਉਂ ਕਹਿਣਾ ਵੀ ਆਓਗੇ ਤੁਹਾਡੀਆਂ ਦਵਾਈਆਂ ਲਿਖਤੀ ਰੂਪ ਚ ਮੈਂ ਦੇਣ ਨੂੰ ਤਿਆਰ ਹਾਂ ਤੁਹਾਡੀਆਂ ਦਵਾਈਆਂ ਵੀ ਹਮੇਸ਼ਾ ਨਹੀਂ ਬੰਦ ਕੀਆਂ ਹੋਣਗੀਆਂ ਪਰ ਜੋ ਅਸੀਂ ਕਰਾਂਗੇ ਉਹ ਕਰਨਾ ਜੋ ਪਰਮੇਸ਼ਰ ਦਾ ਵਚਨ ਦੱਸੇਗਾ ਉਹਦੇ ਦੁਆਰਾ ਚੱਲਣਾ ਪੈਣਾ ਭੈਣ ਭਾਈ धन्यवाद ਜੋ ਪਰਮੇਸ਼ਰ ਦਾ ਵਚਨ ਦੱਸੇਗਾ ਉਹਦੇ ਦੁਆਰਾ ਚੱਲੋਗੇ ਤੇ ਤੁਹਾਡੇ ਦਵਾਈ ਜੀਵਨ ਦੇ ਵਿੱਚ ਕੰਮ ਕਰੀ ਛੋਟੀ ਜਾਏਗੀ ਤੁਹਾਨੂੰ ਮੈਂ ਕਹਿਣਾ ਜਵਾਬ ਪਿਤਾ ਪਰਮੇਸ਼ਰ ਨਾਲ ਅੱਜ ਸਾਡੇ ਇੱਕ ਭੈਣ ਆਈ ਜੀ ਨਿਸ਼ਾਰਾ ਬੱਚਾ ਸਿੰਘ ਤੋਂ ਉਹਦੀ ਮੈਂ ਇੱਕ ਦਿਨ ਦਵਾਈ ਕਰਾਈ ਨਾ ਉਹ ਕਹਿੰਦੀ ਮੇਰੀਆਂ 9000 ਦੀਆਂ ਦਵਾਈਆਂ ਨੇ ਹੁਣ 1000 ਰੁਪਏ ਦੀਆਂ ਦਵਾਈਆਂ ਸਿਰਫ 1000 ਰੁਪਏ ਦੀਆਂ ਦਵਾਈਆਂ ਪਰ ਉਹ ਆਪਣਾ ਦਸਵੰਧ ਸਾਰਾ ਦਸਵੰਧ ਵੇਚ ਕੇ ਪਈ धन्यवाद ਜਿੰਨੀ ਉਹਦੀ ਤਨਖਾਹ ਆ ਉਹਨੇ ਮੇਰੇ ਜਾਣਦਿਆਂ ਨੂੰ ਦਸਵੰਧ ਕੱਢਿਆ ਨਾ ਗਿਣ ਕੇ ਕਹਿੰਦੀ ਆਲੋ ਸੰਜੀ ਆਪਣਾ ਦਸਵੰਧ ਉਹਨੇ ਕੱਢਿਆ ਪਰ ਉਹਦੇ ਦਸਵੰਧ ਦੇਣ ਨਾਲ ਉਹਦੀਆਂ ਦਵਾਈਆਂ ਔਰ ਬਰਕਤਾਂ ਇੰਨੀਆਂ ਕੋਲ ਮਿਲ ਚੁੱਕੀਆਂ ਨੇ ਉਹਦਾ ਮੁੰਡਾ ਡੈਡ ਹੋ ਗਿਆ ਸੀ ਬਿਲਕੁਲ ਡਾਕਟਰ ਨੇ ਜਵਾਬ ਦੇ ਦਿੱਤਾ ਚੰਗਾ ਹਸਪੀਟਲ ਦੇ ਵਿੱਚੋਂ ਮੈਨੂੰ ਰੋਂਦੀ ਦਾ ਫੋਨ ਆਇਆ ਸੰਜੇ ਪ੍ਰਾਰਥਨਾ ਕਰੋ ਡਾਕਟਰ ਨੇ ਜਵਾਬ ਦਿੱਤਾ ਮੁੰਡਾ ਡੈਡ ਹੋ ਗਿਆ ਮੈਂ ਭੈਣ ਵਿਸ਼ਵਾਸ ਰੱਖ ਪ੍ਰਾਰਥਨਾ ਕੀਤੀ ਘਰ ਜਾਣ ਤੋਂ ਪਹਿਲਾਂ ਮੁੰਡਾ ਚੰਗਾ ਹੋ ਆਪੇ ਉੱਠ ਕੇ ਖੜਾ ਹੋ ਗਿਆ ਯਿਸੂ ਮਸੀਹ ਦੇ ਨਾਮ ਦੇ ਵਿੱਚ आमीन ਭੈਣ ਮੁੰਡੇ ਨੂੰ ਕੁਝ ਨਹੀਂ ਹੋਏਗਾ ਕਿਉਂਕਿ ਕੀ ਆ ਆਪਾਂ ਭੈਣ ਭਾਈਓ ਪਰਮੇਸ਼ਰ ਦੇ ਹਜ਼ੂਰ ਜਦੋਂ ਬੈਠਦੇ ਆ ਪਰਮੇਸ਼ਰ ਤੁਹਾਡੀਆਂ ਕਰਨੈਲਿਸ ਦੀਆਂ ਕਿਉਂ ਅਰਦਾਸ ਬੇਨਤੀਆਂ ਪ੍ਰਭੂ ਦੇ ਹਜ਼ੂਰ ਪਹੁੰਚਾਉਂਦੀਆਂ ਕਿਉਂਕਿ ਵਫਾਦਾਰ ਪਵਿੱਤਰ ਇਨਸਾਨ ਸੀ ਭੈਣ ਭਾਈਓ ਉਹ ਆਪਣੇ ਸਾਰੇ ਪਰਿਵਾਰ ਦੇ ਨਾਲ ਪ੍ਰਾਰਥਨਾ ਦੇ ਹਜ਼ੂਰੀ ਵਿੱਚ ਬੈਠਾ ਸੀ ਜਦੋਂ ਉਹਨੂੰ ਕਰਨੈਲਿਸ ਨੂੰ ਆਵਾਜ਼ ਆਈ ਇਹ ਕਰਨੈਲਿਸ ਤੇਰੀਆਂ ਸਾਰੀਆਂ ਅਰਦਾਸ ਬੇਨਤੀਆਂ ਪ੍ਰਭੂ ਦੇ ਹਜ਼ੂਰ ਕੀ ਪਸੰਦ ਕੀਆ ਆ ਚੁੱਕੇ ਹਨ ਭੈਣ ਪਿਛਲੀ ਵਾਰੀ ਪ੍ਰਭੂ ਦੇ ਦਾਸ ਨੇ ਕੀ ਵਚਨ ਦਿੱਤਾ ਚੇਤਾ ਕਿ ਇਹਨੂੰ ਪਿਛਲੀ ਵਾਰੀ ਪ੍ਰਭੂ ਦੇ ਦਾਸ ਨੇ ਕੀ ਵਚਨ ਦਿੱਤਾ ਸੀ ਤੈਨੂੰ ਪਤਾ ਹੱਥ ਕਰਾ ਕਰੇ ਬਸ ਦਵਾਈਆਂ ਕਿਤੇ ਮਾਤ ਹੋਣ ਗਿਆ ਫਿਰ ਵਚਨ ਦਾ ਤੁਹਾਨੂੰ ਚੇਤਾ ਨਹੀਂ ਤਾਂ ਦਵਾਈ ਦਾ ਭਾਵੇਂ ਚੇਤਾ ਰਹੇ ਜਹੂਨਾ ਦੇ ਜ਼ੇਲ ਫਸ ਵੇਲੇ 5 ਵਜੇ ਦਿੱਤਾ ਨਹੀਂ ਜਕਰੀਆ ਕੀ ਕਰਦਾ ਹੈ ਧੂਪ ਦਿਖਾਉਣ ਕੀ ਜਾਂਦਾ ਹੈ ਵਿਸ਼ਵਾਸ ਦੇ ਨਾਲ ਜਾਂਦਾ ਹੈ ਕਿ ਨਾ ਉਹ ਵੀ ਤੁਹਾਡੇ ਵਿੱਚ ਅੱਜ ਹੋਣਾ ਪੈਣਾ ਜ਼ਰੂਰੀ ਹੈ ਕਿਉਂਕਿ ਵਿਸ਼ਵਾਸ ਦੇ ਨਾਲ ਪ੍ਰਭੂ ਦੇ ਹਜ਼ੂਰ ਆਓਗੇ ਕਰਦਾ ਪੈਂਦੇ ਚੰਗਾ ਪ੍ਰੈਕਟੀਕਲ ਕਰਕੇ ਵੇਖੋ ਆਪਣੇ ਹੱਥਾਂ ਦੇ ਪੰਜਾਬੀਆਂ ਦੀ ਕਹਾਵਤ ਹੈ ਕਿ ਨਾ ਹੱਥਾਂ ਦੇ ਸਰੋਂ ਜਮਾ ਕੇ ਵੇਖੋ ਜਿੰਨਾ ਚਿਰ ਪਰਮੇਸ਼ਰ ਦੇ ਵਚਨ ਲਿਖਿਆ ਜਿੰਨਾ ਚਿਰ ਕਣਕ ਦਾ ਦਾਣਾ ਖਾਣਾ ਨਹੀਂ ਪੈਂਦਾ ਤੇ ਫਲ ਲੈ ਕੇ ਨਹੀਂ ਆਉਂਦਾ ਜੇ ਆਪਣੇ ਜੀਵਨ ਵਿੱਚ ਤੁਹਾਡੇ ਜੀਵਨ ਦੇ ਫਲ ਲੈ ਕੇ ਆਉਣਾ ਚਾਹੁੰਦੇ ਵੇਖਣਾ ਚਾਹੁੰਦੇ ਜੇ ਤੇ ਪਰਮੇਸ਼ਰ ਨੂੰ ਸਹੀ ਤਰੀਕੇ ਨਾਲ ਜੀਵਨ ਦੇ ਲੋਕਾਂ ਨੂੰ ਪਰਮੇਸ਼ਰ ਤੁਹਾਨੂੰ ਬਹੁਤ ਅੱਗੇ ਲੈ ਕੇ ਜਾ ਰਹੀ ਹੈ ਤੁਸੀਂ ਦੇ ਸਾਹਮਣੇ ਨਾਮ ਦੇ ਵਿੱਚ आमीन ਅਗਲੀ ਗਵਾਹੀ ਸੁਣਾਂਗੇ ਆਪਾਂ हाँ जी सिस्टर फड़ो माइक ਜੀ ਨੂੰ ਫਾਰਾ ਹਾਲੇਲੂਇਆ जेम्स ਮੇਰੀ ਗਵਾਹੀ ਇਸ ਤਰ੍ਹਾਂ ਹੈ ਕਿ ਮੇਰੇ ਘਰ ਵਾਲੇ ਦੀ ਪੇਮੈਂਟ ਬਹੁਤ ਘੱਟ ਗਈ ਹੁਣ ਅੱਜ ਤੋਂ ਹੋਈ ਹੈ ਅੱਜ ਦੇ ਮਹੀਨੇ ਤੋਂ ਹੀ ਵੱਧ ਗਈ कितना हुई दसो ਪ੍ਰਾਰਥਨਾ ਕਰਵਾਉਣ ਨਾਲ ਅਰਦਾਸ ਵੀ ਕਰਨਾ हाँ जी ते दशवंध ਦਸਵੰਧ ਲਿਖ ਦਿੰਦਾ दशवंध बीजेगा ये क्यों दसिया जाता है ये सिस्टर की कह रही ना दा हस्बैंड बाहर देश रहंदे ने
और ये सिस्टर कह रहे कि संत जी मेरे हस्बैंड की तनख्वाह नहीं बनती पई और लगातार इस भैन को सिखाया गया कि फांसी में चले जाओ, बपतिस्मा भी हो चुका था। हाँ जी, जिन्होंने अपना जीवन भी खुदा को दे दिता और दसिया गया इन्होंने रोजे रखने शुरू किए, प्रार्थना करनी शुरू की, लगातार मीटिंग आना शुरू किया और 10वां भी जो रब दे दास धारीवाल जो जाते ने इस भैन के घरे हो के आते ने, भैन धारीवाल तो आती है हर संडे और दसिया जब रब दे दास जाते ने 10वां बीज रब दे दासां नूं दिंदे ने खुदा दे घर विच बीजण वास्ते और आज इन्हां दे पति दी तनख्वाह वध चुकी है। ਅਸੀਂ ਉੱਚੀ ਤਾਰੀਫ ਕਰਾਂਗੇ और परमेश्वर ਦੀ ਮਹਿਮਾ ਕਰਾਂਗੇ। ਸਭ ਉੱਚੀ ਤਾਰੀਫ ਕਰੋ। ਸੋ ਕੀ ਹੈ ਸਾਨੂੰ ਵੀ ਜ਼ਿੰਦਗੀ ਆ ਲੋੜਿਆ ਪ੍ਰਾਰਥਨਾ ਵਚਨ 10ਵਾਂ ਹਿੱਸਾ ਕੇ ਤੇ ਵੱਡੀਆਂ ਗਵਾਹੀਆਂ ਨਾਲ ਖੜੇ ਹੋਵਾਂਗੇ। ਸੰਤਾਨ ਜੈਮਸੀ ਦੀ ਤਾਂ ਸੰਤਾਨ ਜੈਮਸੀ ਦੀ ਜੈਮਸ ਮੈਨੇ ਬੁਖਾਰ ਬੜਾ ਚੜਦਾ ਹੀ ਬੜੇ ਕਾਫੀ ਦਿਨਾਂ ਤੋਂ ਤੇ ਸੰਤਾਂ ਨੂੰ ਪਤਾ ਸੰਤਾਂ ਨੂੰ ਦੱਸਿਆ ਉਹ ਸਾਡੇ ਘਰ ਗਏ ਮੈਂ ਸੰਤ ਜੀ ਮੇਰਾ ਬੁਖਾਰ ਨਹੀਂ ਲੱਥਦਾ ਕਹਿੰਦੇ ਵੀ ਸਾਨੂੰ ਤੇ ਚੜਦਾ ਨਹੀਂ ਕਹਿੰਦਾ ਕਦੇ ਚੜਿਆ ਨਹੀਂ ਨਾ ਕਹਿੰਦਾ ਮੈਂ ਅੱਧੀ ਗੋਲੀ ਖਾਧੀ ਤੇ ਬੁਖਾਰ ਲੱਥ ਗਿਆ ਮੈਂ ਸੰਤ ਜੀ ਨੇ ਰਾਣੀ ਵਾਤ ਦਾ ਬੁਖਾਰ ਮੈਨੂੰ ਬਹੁਤ ਜ਼ਿਆਦਾ ਚੜਦਾ ਵਾ ਤੇ ਕੱਲ੍ਹ ਬੜਾ ਹੀ ਮੇਰੇ ਬੇਟੇ ਨੇ ਸਾਰਾ ਕੰਮ ਕੀਤਾ ਤੇ ਸਾਰੀ ਦਿਹਾੜੀ ਮੈਂ ਪਈ ਰਹੀ ਇਸ ਤਰ੍ਹਾਂ ਤੇ ਇੰਨਾ ਮੇਰਾ ਬੁਰਾ ਹਾਲ ਨਾ ਕਿ ਬਹੁਤ ਮੈਨੂੰ 10-15 ਸਾਲ ਹੋ ਗਏ ਬੁਖਾਰ ਚੜ੍ਹਦੇ ਨੂੰ ਲੱਥਦਾ ਨਹੀਂ ਗਾ ਤੇ ਕੱਲ੍ਹ ਮੈਂ ਕਿਹਾ ਮੈਂ ਤੇਰੇ ਘਰ ਵਿੱਚ ਜਾਣਾ ਤੇ ਕਦੀ ਤੇਰੇ ਘਰ ਤੋਂ ਬਗੈਰ ਨਹੀਂ ਮੈਂ ਬੁਖਾਰ ਬੜਾ ਵਾ ਸਵੇਰ ਦਾ ਮੇਰਾ ਸਰੀਰ ਅੱਜ ਵੀ ਆਉਣਾ ਬਸ ਬੁਖਾਰ ਨਹੀਂ ਸਵੇਰ ਦਾ ਮੈਨੂੰ ਤੇ ਸੰਤਾਂ ਨੇ ਹੱਥ ਰੱਖਿਆ ਤੇ ਮੇਰਾ ਸਰੀਰ ਬਹੁਤ ਜ਼ਿਆਦਾ ਵਜਨ ਰੱਖਿਆ ਤੇ ਬੁਖਾਰ ਨੂੰ ਛੱਡ ਕੇ ਚਲੇ ਗਿਆ ਵਾ ਮੈਂ ਸੰਤਾਂ ਦਾ ਤੇ ਰੱਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਪਰਮੇਸ਼ਰ ਨੇ ਮੈਨੂੰ ਸੇਵਾ ਦਿੱਤੀ ਆ ਪ੍ਰਭੂ ਦਾ ਮੈਂ ਧੰਨਵਾਦ ਕਰਦੀ ਹਾਂ। आमीन। की कह रहे हैं किन्हीं को आज समझ आ रही है ये सिस्टर कह रहे हैं 15 साल को मेरे बुखार चढ़ता और जब संत इन्होंने करे गए तो कहते मेरे रोज संजी बुखार चढ़ जाता रोज संजी बुखार चढ़ जाता और मैं चाहती हूँ कि सवेरे संडे मैं रब दे घर आवां ते मैनू सवेरे बुखार ना चढ़े और कहते जब मैं आई ते रब दे दासां ने मेरे सिर ते हत्थ रख के प्रार्थना की ते मैनू हुण कोई बुखार नहीं है मेरा शरीर बिल्कुल हल्का है मेरे परमेश्वर ने मेरे छू के चंगा कीता है। सब उसकी तारीफ करो किस गवाही वास्ते सब उसकी तारीफ करो धन्यवाद हो पिता परमेश्वर तेरा धन्यवाद हो। देखो बहन भाइयों किन्ने बड़े काम कर रहा साडा यीशु विश्वास नाल पर पवित्रता नाल चलना शुरू करो तुसी कदी दवाई नहीं खाओगे। आमीन 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 ठीक है खुदा दा ਆਵੇ ਲੋਕ ਪਿਛਲੇ ਐਤਵਾਰ ਪ੍ਰਭੂ ਦੇ ਦਾਸ ਵਾਸਤੇ ਮਨਦੀਪ ਜੀ ਨੇ ਆਖਿਆ ਸੀ ਫੇਰ ਮਸਾ ਕਰਕੇ ਇਹਨਾਂ ਨੇ ਦਿੱਤਾ ਮੈਨੂੰ ਧਾਰੀਵਾਲ ਵਾਲੇ ਕਿਸੇ ਦੇ ਘਰ ਆਏ ਮੈਂ ਪ੍ਰਭੂ ਨਹੀਂ ਮੰਨਦਾ ਨਾ ਮੈਂ ਕੋਈ ਜਾਣਦਾ ਕੋਈ ਪਛਾਣ ਕੋਈ ਇਸ ਨੂੰ ਬਿਲਕੁਲ ਨਹੀਂ ਜਾਣਦਾ ਮੈਂ ਲਾਗੇ ਬੈਠਾ ਕਸ਼ੀ ਸਾਰੇ ਆਪਣੇ ਪਿੰਡ ਦੇ ਜਾਣਦੇ ਉਹਨਾਂ ਦੇ ਘਰ ਨੂੰ ਬੈਠਾ ਉਹਨੇ ਆਖਿਆ ਕਹਿੰਦੇ ਸੰਜੀ ਨੂੰ ਬੁਖਾਰ ਬੜਾ ਚੜਦਾ ਨਾ ਪੁੱਤਰੀ ਇਹਨੂੰ ਬੁਖਾਰ ਬੜਾ ਚੜਦਾ ਧੀਆ ਬੁਖਾਰ ਹੁੰਦਾ ਤੇ ਜਿਹਦੇ ਚੜਦਾ ਹੁੰਦਾ ਉਹਨੇ ਕਹਿੰਦਾ ਜਾ ਪੁੱਤਰਾ ਨੇ ਕਹਿੰਦਾ ਜਾ ਪੁੱਤਰਾ ਇੱਕ ਪਤਾ ਬੁਖਾਰ ਨਹੀਂ ਹੋਊਗਾ ਪ੍ਰਾਰਥਨਾ ਵੀ ਕੀਤੀ ਸੱਚਮੁੱਚ ਭੈਣ ਭਾਈਓ ਉਹ ਥਕਾਵਟ ਦੇ ਨਾਲ 28 ਸਾਲ ਬਾਅਦ ਬੁਖਾਰ ਹੋਇਆ ਭੈਣ ਮੈਂ ਕਹਿ ਰਿਹਾ ਮੈਂ ਤੁਸੀਂ ਇੰਨੀ ਦਵਾਈ ਲੈਂਦੇ ਪਰ ਇੱਕੋ ਡੋਲਰ ਦੀ ਗੋਲੀ ਖਾਦੀ ਪਰਮੇਸ਼ਰ ਨੇ ਕੀ ਕੀਤਾ 1 ਰੁਪਏ ਦੀ ਗੋਲੀ ਖਾਦੀ ਕੀ ਹੋ ਗਿਆ ਚੰਗਾ ਕੀਤਾ ਕੰਮ ਵਿਸ਼ਵਾਸ ਰੱਖੋ ਭੈਣ ਭਾਈ ਪਰਮੇਸ਼ਰ ਜਿਹੜੇ ਮਨੁੱਖਾਂ ਕੋ ਕੰਮ ਨਹੀਂ ਹੁੰਦੇ ਉਹ ਕੌਣ ਕਰ ਸਕਦਾ ਸਾਡਾ ਯਿਸੂ ਕਰ ਸਕਦਾ ਭੈਣ ਭਾਈ ਜਿਹੜੇ ਮਨੁੱਖਾਂ ਕੋ ਨਹੀਂ ਹੁੰਦੇ सिर्फ एक पिता परमेश्वर कर सकता भैन भाई वो फेद रखो अपना सारा फेद और विश्वास अपना वो रखो भैन भाई तानू चंगे करने जा रहे यीशु मसीह के सामने नाम दे विच आमीन अगली वॉइस सुनो हालेलुया 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 सारे भैन भाई जैम श्री रब दे दासां जैम श्री जैम परमेश्वर दे नाम तारीफ हो दे नाम जलाल मिले जिन्हें आज के दिनों तक संभाल के रखा कई लोग आज तक देख नहीं सके परमेश्वर की महान कृपा अज का दिन दिखाया अपने हजूरी के विच बैठने का मौका दिता परमेश्वर का बहुत बहुत धन्यवाद। मेरी गवाही इस तरह है कि मैं लुधियाने गड्डी भरी दसूए रात 11 बजे होने कंडा कराने उत्थे कंडा कंडर ते गड्डी चढ़ी पार्टी वाला दा पीछे लगा पीछे की उत्थे भांगी इदा करके उलरी
ਮੈਂ ਇੱਥੋਂ ਦੀ ਟਾਇਰ ਲੰਘਣਾ, ਮੈਂ ਇਦਾਂ ਧੱਕਾ ਦਿੱਤਾ ਪਰਾਂ ਨੂੰ, ਇਹਨੂੰ ਲਾਰ ਕਰਨਾ ਆ, ਨਾਲੇ ਦੇ ਵਿੱਚ ਡਿੱਗ ਪਿਆ। ਭੈਣ ਭਾਈ ਉਹ ਨਾਲੇ ਦੇ ਵਿੱਚ ਡਿੱਗਾ, ਲੱਤਾਂ ਵਿੱਚ ਸਿਰਫ ਪੈਰ ਹੀ ਬਾਹਰ, ਬਾਕੀ ਸਾਰਾ ਮੈਂ ਅੰਦਰ, ਲੱਤਾਂ ਤਾਂ ਮੈਂ ਠਾਂ ਇੱਟਾਂ ਹੀ ਵਿੱਚ ਸੁੱਟੀਆਂ ਲੋਕਾਂ ਨੇ, ਉਹਦੇ ਕਰਕੇ ਬਚਾਅ ਹੋ ਗਿਆ। ਜੇ ਕਲਕਲ ਹੁੰਦੀ, ਕਾਰਾ ਹੁੰਦਾ ਤੇ ਸ਼ਾਇਦ ਆਵਾਜ਼ ਹੀ ਨਾ ਨਿਕਲਦੀ। ਮੈਂ ਆਵਾਜ਼ਾਂ ਬੜੀਆਂ ਮਾਰੀਆਂ ਡਰਾਈਵਰਾਂ ਨੂੰ, ਕੱਢੋ ਕੱਢੋ ਕੱਢੋ, ਕੋਈ ਆਵਾਜ਼ ਨਹੀਂ ਸੁਣੀ। ਇੱਕ ਆਇਆ ਜੋ ਵੇਖਿਆ ਵੀ ਇਹ ਗੱਡੀ ਚਾੜਨ ਨਹੀਂ ਡਿਆ ਕੰਡੇ ਤੇ, ਉਹ ਦੇਖਣ ਲੱਗ ਉਹਨੇ ਨੰਗਲ ਲੱਗਾ ਵੀ ਚੱਲ ਮੈਂ ਚਾੜ ਦਣਾ, ਇੱਧਰ ਉੱਧਰ ਨਾ ਗਿਆ ਹੋਏ ਕਰੇ। ਉਹਨੇ ਆਵਾਜ਼ ਸੁਣੀ, ਉਹਨੇ ਮੈਨੂੰ ਕੱਢਿਆ, ਲੱਤਾਂ ਖਿੱਚੇ ਮੇਰੀਆਂ, ਮੈਂ ਲੱਤਾਂ ਨਾ ਖਿੱਚ, ਹੱਥ ਫੜ ਲਿਆ ਤੇ ਉਹਨੇ ਹੱਥ ਫੜ ਕੇ ਖਿੱਚਿਆ ਜੀ, ਔਰ ਮੈਂ ਨਿਕਲ ਗਿਆ। ਭੈਣ ਭਾਈ ਉਹ ਇੱਟਾਂ ਉੱਥੇ ਨਾ ਹੁੰਦੀਆਂ, ਸਿਰ ਮੇਰੇ ਸਾਰੇ ਰੋਡ ਪਏ, ਪਰ ਮੈਂ ਦੱਸਿਆ ਨਹੀਂ ਘਰ। ਆਉਣਾ ਹੀ ਮੈਂ ਬੰਦਗੀ ਦੇ ਵਿਹਲਾ ਵੀ, ਫਿਰ ਵੀ ਨਹੀਂ ਮਾਇਆ ਵੀ ਚੱਲ ਉਹਨਾਂ ਜਾ ਕੇ ਵੇਖਣਾ। ਰਗੜਾਂ ਲੱਗੀਆਂ ਸਾਰੇ ਸਰੀਰ ਤੇ, ਰਗੜਾਂ ਸਾਰੇ ਲੱਤਾਂ ਤੇ ਲੱਗੀਆਂ, ਇੱਧਰ ਵੀ ਸਾਰੇ ਪਾਸੇ ਰੋੜ ਵੀ ਪਏ ਸੀ। ਮੈਂ ਉਹਨਾਂ ਪੁੱਛਣਾ ਕੀ ਹੋਇਆ ਤੇ ਮੈਂ ਦੱਸਿਆ ਨਹੀਂ, ਤਾਂ ਕਰਕੇ ਮਾਇਆ ਨਹੀਂ। ਤੇ ਮਾਸੀ ਨੂੰ ਦੱਸਿਆ, ਮਾਸੀ ਨੇ ਸੰਤਾਂ ਨੂੰ ਦੱਸਤਾ, ਸੰਤਾਂ ਨੂੰ ਭੁਲੇਖਾ ਲੱਗ ਗਿਆ ਕਿ ਐਕਸੀਡੈਂਟ ਹੋ ਗਿਆ। ਤੇ ਨਹੀਂ ਪਰ ਮੈਂ ਨਾਲੇ 'ਚ ਡਿੱਗਾ ਸੀ ਤੇ ਲੋਕੀ ਆਖਣ ਵੀ ਸ਼ਰਾਬ ਪੀਤੀ, ਉਹ ਸਾਡੇ ਡਰਾਈਵਰ ਆਂਦੇ ਪੀਂਦਾ ਹੀ ਨਹੀਂ। ਜਿਹੜਾ ਪਈ ਉਹ ਆਖੇ ਤੂੰ ਪੀਤੀ ਹੋਣੀ ਰਾਤ ਦੇ ਡਿੱਗ ਪਿਆ ਵਿੱਚ, ਮੈਂ ਵੀ ਨਹੀਂ ਭਾਈ ਉਸਦਾ ਹੀ ਡਿੱਗ ਪਿਆ। ਤੇ ਆ ਵੀ ਰੱਬ ਦਾ ਧੰਨਵਾਦ ਤੇ ਉੱਥੇ ਗਾਰਾ ਨਹੀਂ ਹੈਗਾ। ਜੇ ਗਾਰੇ ਦੇ ਵਿੱਚ ਸਿਰ ਖੁੱਲ ਜਾਂਦਾ, ਆਵਾਜ਼ ਨਹੀਂ ਨਿਕਲਣੀ ਕਿਸੇ ਨੇ, ਨਾ ਕਿਸੇ ਨੇ ਵੇਖਣਾ ਹੀ ਰਾਤ ਹੈਗੀ। ਤੇ ਨਾ ਵੀ ਸੱਪ ਸੁੱਪ ਨਹੀਂ ਲੜਿਆ ਕੋਈ, ਉਹੀ ਪਰਮੇਸ਼ਰ ਨੇ ਬਚਾ ਕੇ ਰੱਖਿਆ। ਘਾਹ ਬੂਟ ਬੜਾ ਹੈ ਤੇ ਮੈਂ ਵਿੱਚ ਡਰਾਂ, ਮੈਂ ਵੀ ਇੱਥੇ ਲੜ ਜਾਣਾ, ਕੋਈ ਆਉਣ ਨਹੀਂ ਦਿਆ, ਆਵਾਜ਼ ਨਹੀਂ ਸੁਣਦਾ, ਉਹ ਚਿਰ ਮੈਂ ਪਿਆ ਰਿਹਾ ਵਿੱਚ, ਉਹ ਤਾਂ ਅੰਦਰੋਂ ਮੈਂ ਡਰਾਂ। ਤੇ ਪਰਮੇਸ਼ਰ ਦੀ ਮਹਾਨ ਕਿਰਪਾ ਨੇ ਬਚਾ ਕੇ ਰੱਖਿਆ। ਜ਼ਿਆਦਾ ਵੀ ਨਹੀਂ ਹੋ ਬੱਤੀ ਕੋਈ ਨੁਕਸਾਨ। ਤੇ ਫਿਰ ਮੈਂ ਜੰਮੂ ਗਿਆ, ਖਾਲੀ ਕਰਕੇ ਦਸੂਏ ਜੰਮੂ ਭਰ ਗਈ ਗੱਡੀ, ਜੰਮੂ ਗਿਆ। ਉੱਥੇ ਪਿਛਲੇ ਹਫਤੇ ਮੈਂ ਚੱਲ ਸ਼ਨੀਵਾਰ ਆ, ਛੁੱਟੀ ਆ, ਚੱਲ ਜਾਂਦੇ ਪਿੰਡ ਨੂੰ। ਪਹਿਲਾਂ ਤੇ ਭਾਈ ਮਨੇਰ ਦਾ ਚਰਚ ਲੱਗਦਾ, ਮੈਂ ਚੱਲਿਆ ਇੱਥੇ, ਮੈਂ ਚਲੋ ਉੱਧਰ ਹੀ ਚੱਲ ਜਾਂਦੇ ਆ। ਫਿਰ ਮੈਂ ਚੱਲ ਘਰ ਹੀ ਚੱਲਦੇ ਆ। ਘਰ ਮੈਂ ਜੇ ਟਿਕਟ ਲੈ ਕੇ ਟ੍ਰੇਨ ਤੇ ਆਇਆ, ਟ੍ਰੇਨ ਤੁਰ ਗਈ, ਰਹਿ ਗਿਆ 2 ਮਿੰਟ ਦਾ ਫਰਕ ਪਿਆ, ਰਹਿ ਗਿਆ। ਪਰਮੇਸ਼ਰ ਨੇ ਚਲੋ ਵੀ ਚੰਗਾ ਹੀ ਕੀਤਾ। ਫਿਰ ਮੈਂ ਵਾਪਸ ਗਿਆ, ਤੇ ਉਹ ਗੱਡੀ ਕੋਲ ਗਿਆ, ਤਾਰਾਂ ਸੜ ਗਈਆਂ, ਤਾਰਾਂ ਥੱਲੇ ਗੱਡੀ ਲੱਗੀ, ਤਾਰਾਂ ਨੂੰ ਅੱਗ ਲੱਗੀ। ਮੈਨੂੰ ਲੋਕੀ ਆਖਣ ਗੱਡੀ ਕੱਢ ਇੱਥੋਂ, ਉੱਥੇ ਨਹੀਂ ਆਇਆ ਮੈਂ ਉਹਨੂੰ ਚੱਲ ਗੱਡੀ ਕੱਢ ਲਈ। ਮੈਂ ਪਰੇ ਹਟ ਗਈ, ਤਾਰਾਂ ਕਹਿੰਦੇ ਨਹੀਂ ਸੜ ਜਾਣੀਆਂ, ਗੱਡੀ ਸੜ ਜਾਣੀ, ਲੋਹਾ ਭਰਿਆ। ਮੈਂ ਫਟਾਫਟ ਉੱਥੋਂ ਗੱਡੀ ਕੱਢ ਲਈ, ਉਹ ਵੀ ਚੰਗਾ ਹੋਇਆ ਨਹੀਂ ਆਇਆ, ਗੱਡੀ ਬਚ ਗਈ, ਠੀਕ ਰਹਿ ਗਈ। ਮੇਰੇ ਪੰਗਾ ਪੈਣਾ, ਠਾਣੀ ਹੋਣਾ ਸੀ। ਤੇ ਫਿਰ ਉਹ ਖਾਲੀ ਕਰ ਗਿਆ, ਫਿਰ ਮੁਸੀਬਤ ਆਈ। ਹੁਣ ਉੱਥੇ ਡਮਟਾਲ ਤੋਂ ਗੱਡੀ ਭਰੀ ਗਈ, ਡਮਟਾਲ ਪਰਸੋਂ ਵੀਰਵਾਰ ਗੱਡੀ ਭਰੀ, ਗੱਡੀ ਛੁੱਟੀ ਨਹੀਂ, ਜਾਣਾ ਹੀ ਲੈ ਕੇ ਕੰਡਾ ਖਰਾਬ